ਹਰ ਕੁੜੀ ਦੀ ਤਰ੍ਹਾਂ ਵਿਆਹ ਦੀ ਪਹਿਲੀ ਰਾਤ ਮੈਂ ਵੀ ਆਪਣੇ ਪਤੀ ਰੋਹਿਤ ਦਾ ਇੰਤਜ਼ਾਰ ਕਰ ਰਹੀ ਸੀ। ਇੱਕ ਅਜੀਬ ਜਿਹੀ ਬੇਚੈਨੀ ਸੀ ਕਿਉਂਕਿ ਇਹ ਰਿਸ਼ਤਾ ਮੇਰੇ ਮਾਪਿਓ ਦੀ ਪਸੰਦ ਨਾਲ ਹੋਇਆ ਸੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਚੱਲ ਰਹੇ ਸਨ। ਮੈਂ ਸੋਚਾਂ ਵਿੱਚ ਗੁੰਮ ਬੈਠੀ ਸੀ। ਪਤਾ ਵੀ ਨਹੀਂ ਚੱਲਿਆ ਕਿ ਕਦੋਂ 10 ਵੱਜ ਗਏ। ਪਰ ਹਜੇ ਤੱਕ ਰੋਹਿਤ ਕਮਰੇ ਵਿੱਚ ਨਹੀਂ ਆਇਆ ਸੀ। ਉਹ ਬਹੁਤ ਸਮੇਂ ਬਾਅਦ ਕਮਰੇ ਵਿੱਚ ਆਇਆ। ਮੈਂ ਕਿਹਾ ਮੈਂ ਕਦੋਂ ਦਾ ਇੰਤਜ਼ਾਰ ਕਰ ਰਹੀ ਸੀ। ਤਾਂ ਰੋਹਿਤ ਕਹਿਣ ਲੱਗਿਆ, ਮੈਂ ਮਾਂ ਦੇ ਕਮਰੇ ਵਿੱਚ ਸੀ, ਉਹਨਾਂ ਦੀਆਂ ਲੱਤਾਂ ਦਬਾ ਰਿਹਾ ਸੀ। ਮੈਂ ਹਰ ਰੋਜ਼ ਸੌਣ ਤੋਂ ਪਹਿਲਾਂ ਮਾਂ ਦੀਆਂ ਲੱਤਾਂ ਦਬਾਉਂਦਾ ਹਾਂ। ਮੈਂ ਉਸ ਸਮੇਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਚਲੋ ਉਹ ਰੋਹਿਤ ਦੀ ਮਾਂ ਹੈ ਤੇ ਰੋਹਿਤ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਦਾ ਖਿਆਲ ਰੱਖੇ। ਪਰ ਮੈਂ ਹੈਰਾਨ ਇਸ ਗੱਲ ਤੋਂ ਸੀ ਕਿ ਕਿਉਂਕਿ ਇਹ ਰੋਹਿਤ ਦਾ ਰੋਜ਼ ਦਾ ਮਸਲਾ ਬਣ ਚੁੱਕਿਆ ਸੀ। ਉਹ ਸ਼ਾਮ ਹੁੰਦੇ ਹੀ ਆਪਣੀ ਮਾਂ ਦੇ ਕਮਰੇ ਵਿੱਚ ਚਲਿਆ ਜਾਂਦਾ ਤੇ ਦੋਨੋਂ ਕਮਰਾ ਅੰਦਰੋਂ ਬੰਦ ਕਰ ਲੈਂਦੇ। ਮੈਨੂੰ ਰੋਹਿਤ ਦਾ ਇਹ ਰਵੱਈਆ ਥੋੜ੍ਹਾ ਅਜੀਬ ਜਿਹਾ ਲੱਗਦਾ ਸੀ ਕਿ ਉਹ ਇੰਨੀ ਦੇਰ ਤੱਕ ਮਾਂ ਦੀਆਂ ਲੱਤਾਂ ਕਿਉਂ ਦਬਾਉਂਦਾ ਹੈ। ਮੈਨੂੰ ਥੋੜ੍ਹਾ ਸ਼ੱਕ ਹੋਣ ਲੱਗਿਆ ਸੀ। ਇੱਕ ਦਿਨ ਮੈਂ ਪੱਕਾ ਇਰਾਦਾ ਕਰ ਲਿਆ ਕਿ ਮੈਂ ਇਹ ਰਾਜ਼ ਜਾਣ ਕੇ ਰਹਾਂਗੀ। ਉਹ ਦੋਨੋਂ ਆਖਿਰ ਬੰਦ ਕਮਰੇ ਵਿੱਚ ਕੀ ਕਰਦੇ ਹਨ। ਮੇਰਾ ਨਾਮ ਸੁਮਨ ਹੈ। ਮੇਰੀ ਉਮਰ 20 ਸਾਲ ਹੈ। ਮੈਂ ਬਹੁਤ ਗਰੀਬ ਘਰ ਵਿੱਚ ਪੈਦਾ ਹੋਈ ਸੀ। ਅਸੀਂ 3 ਭੈਣਾਂ ਸੀ, ਪਰ ਉਹ ਮੇਰੀਆਂ ਸਕੀਆਂ ਭੈਣਾਂ ਨਹੀਂ ਸਨ, ਮਤਰੇਈਆਂ ਸਨ, ਕਿਉਂਕਿ ਮੇਰੇ ਪਿਓ ਦੇ 2 ਵਿਆਹ ਹੋਏ ਸਨ। ਪਹਿਲੇ ਵਿਆਹ ਤੋਂ 2 ਬੇਟੀਆਂ ਸਨ। ਉਹਨਾਂ ਦੀ ਪਹਿਲੀ ਪਤਨੀ ਕਿਸੇ ਬਿਮਾਰੀ ਦੇ ਕਾਰਨ ਚੱਲ ਵਸੀ। ਬੇਟੇ ਦੀ ਖੁਆਇਸ਼ ਕਰਕੇ ਪਾਪਾ ਨੇ ਦੂਜਾ ਵਿਆਹ ਕਰਵਾਇਆ ਸੀ। ਪਰ ਸਾਲ ਬਾਅਦ ਮੈਂ ਪੈਦਾ ਹੋਈ। ਮੇਰੇ ਪੈਦਾ ਹੋਣ 'ਤੇ ਮੇਰੇ ਪਿਓ ਨੂੰ ਬਹੁਤ ਦੁੱਖ ਹੋਇਆ। ਸਮਾਂ ਬੀਤਦਿਆ ਗਿਆ। ਮੇਰੀਆਂ ਮਤਰੇਈਆਂ ਭੈਣਾਂ ਦਾ ਵਿਆਹ ਹੋ ਗਿਆ। ਕੁਝ ਸਮੇਂ ਬਾਅਦ ਮੇਰੇ ਪਾਪਾ ਵੀ ਬਿਮਾਰ ਰਹਿਣ ਲੱਗੇ। ਮੇਰੀ ਮਾਂ ਬਹੁਤ ਪਰੇਸ਼ਾਨ ਸੀ ਕਿਉਂਕਿ ਪਾਪਾ ਦੇ ਇਲਾਜ ਲਈ ਪੈਸੇ ਵੀ ਨਹੀਂ ਸਨ। ਮਜਬੂਰਨ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ। ਮੇਰੀ ਵੀ ਪੜ੍ਹਾਈ ਛੁੱਟ ਗਈ। ਮੈਂ ਵੀ ਕਦੇ-ਕਦੇ ਆਪਣੀ ਮਾਂ ਨਾਲ ਕੰਮ ਕਰਨ ਚਲੀ ਜਾਂਦੀ ਸੀ। ਮੇਰੀ ਮਾਂ ਮੁਸ਼ਕਿਲ ਨਾਲ ਘਰ ਦਾ ਖਰਚਾ ਉਠਾ ਰਹੀ ਸੀ। ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੇ ਲਈ ਰਿਸ਼ਤੇ ਆਉਣ ਲੱਗੇ, ਪਰ ਮੇਰਾ ਮਾਂ-ਪਿਓ ਹਜੇ ਮੇਰੇ ਵਿਆਹ ਦਾ ਖਰਚਾ ਨਹੀਂ ਉਠਾ ਸਕਦੇ ਸਨ। ਇੱਕ ਦਿਨ ਮੇਰੇ ਲਈ ਅਜਿਹਾ ਰਿਸ਼ਤਾ ਆਇਆ ਜਿਸ ਲਈ ਮੇਰੀ ਮਾਂ ਨੇ ਝੱਟ ਹਾਂ ਕਰ ਦਿੱਤੀ। ਮੁੰਡੇ ਦਾ ਨਾਂ ਰੋਹਿਤ ਸੀ। ਇਕੱਲਾ ਹੀ ਮੁੰਡਾ ਸੀ। ਉਸ ਦਾ ਆਪਣਾ ਕੰਮ ਸੀ ਤੇ ਚੰਗਾ ਕਮਾਉਂਦਾ ਸੀ। ਮੁੰਡੇ ਵਾਲਿਆਂ ਨੇ ਕਿਹਾ ਕਿ ਅਸੀਂ ਕੁੜੀ ਨੂੰ 3 ਕੱਪੜਿਆਂ ਵਿੱਚ ਲੈ ਜਾਵਾਂਗੇ। ਕੋਈ ਦਹੇਜ ਨਹੀਂ ਚਾਹੀਦਾ, ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ। ਮੈਂ ਵੀ ਇਹ ਸਭ ਸੁਣ ਕੇ ਬਹੁਤ ਖੁਸ਼ ਹੋਈ। ਮੇਰਾ ਰਿਸ਼ਤਾ ਪੱਕਾ ਹੋ ਗਿਆ। ਉਹਨਾਂ ਨੇ ਵਿਆਹ ਲਈ 1 ਹਫ਼ਤਾ ਦਿੱਤਾ ਸੀ। ਮੈਂ ਵਿਆਹ ਕਰਕੇ ਆਪਣੇ ਸਸੁਰਾਲ ਆ ਗਈ। ਘਰ ਬਹੁਤ ਸੋਹਣਾ ਸੀ। ਮੈਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰੀ ਸੱਸ ਤੇ ਪਤੀ ਦਾ ਵਿਵਹਾਰ ਬਹੁਤ ਚੰਗਾ ਸੀ। ਮੇਰੀ ਜ਼ਿੰਦਗੀ ਵਿੱਚ ਸਭ ਵਧੀਆ ਚੱਲ ਰਿਹਾ ਸੀ। ਮੈਂ ਬਹੁਤ ਖੁਸ਼ ਸੀ। ਪਰ ਇੱਕ ਗੱਲ ਅਜੀਬ ਸੀ। ਜਦੋਂ ਸਵੇਰੇ ਰੋਹਿਤ ਕੰਮ 'ਤੇ ਚਲਿਆ ਜਾਂਦਾ, ਥੋੜ੍ਹੀ ਦੇਰ ਬਾਅਦ ਮੇਰੀ ਸੱਸ ਵੀ ਬਿਨਾਂ ਦੱਸੇ ਘਰੋਂ ਚਲੇ ਜਾਂਦੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹਰ ਰੋਜ਼ ਕਿੱਥੇ ਜਾਂਦੀ ਹੈ। ਇੱਕ ਦਿਨ ਮੈਂ ਆਪਣੀ ਸੱਸ ਨੂੰ ਪੁੱਛ ਹੀ ਲਿਆ ਤਾਂ ਉਹ ਕਹਿਣ ਲੱਗੀ ਕਿ ਉਹ ਆਪਣੀ ਸਹੇਲੀ ਕੋਲ ਚਲੀ ਜਾਂਦੀ ਹੈ, ਉਸ ਨਾਲ ਸਮਾਂ ਵਧੀਆ ਗੁਜ਼ਰ ਜਾਂਦਾ ਹੈ। ਮੈਂ ਵੀ ਉਸਦੀ ਗੱਲ 'ਤੇ ਯਕੀਨ ਕਰ ਲਿਆ। ਫਿਰ ਕਦੀ ਉਸਨੂੰ ਇਸ ਬਾਰੇ ਨਹੀਂ ਪੁੱਛਿਆ। ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ। ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ। ਉਹ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਲਾਸ ਆਪਣੇ ਹੱਥਾਂ ਨਾਲ ਪਿਆਉਂਦੀ। ਮੇਰੀ ਸੱਸ ਦੀ ਉਮਰ ਵੀ ਬਹੁਤ ਘੱਟ ਲੱਗਦੀ ਸੀ। 1 ਮਹੀਨਾ ਹੋ ਗਿਆ ਸੀ। ਇੱਕ ਦਿਨ ਅਚਾਨਕ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ। ਉਹ ਮੈਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਜੋ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੇਰੀ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਮੈਂ ਆਪਣਾ ਬੱਚਾ ਖੋ ਦਿੱਤਾ ਸੀ। ਮੇਰੀ ਸੱਸ ਤੇ ਰੋਹਿਤ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ। ਮੈਂ ਸਦਮੇ ਵਿੱਚ 1 ਹਫ਼ਤਾ ਮੰਜੇ 'ਤੇ ਪਈ ਰਹੀ। ਹੌਲੀ-ਹੌਲੀ ਜ਼ਿੰਦਗੀ ਫਿਰ ਨੌਰਮਲ ਹੋ ਗਈ। ਮੈਂ ਰੱਬ ਤੋਂ ਹਮੇਸ਼ਾ ਬੱਚੇ ਦੀ ਦੁਆ ਮੰਗਦੀ। ਕੁਝ ਸਮੇਂ ਬਾਅਦ ਮੈਂ ਫਿਰ ਤੋਂ ਉਮੀਦ ਨਾਲ ਹੋਈ। ਮੈਂ ਬਹੁਤ ਖੁਸ਼ ਸੀ, ਪਰ ਇਸ ਵਾਰ ਮੈਂ ਫਿਰ ਬਿਮਾਰ ਹੋ ਗਈ ਤੇ ਮੈਂ ਫਿਰ ਆਪਣਾ ਬੱਚਾ ਖੋ ਦਿੱਤਾ ਸੀ। ਅਜੀਬ ਗੱਲ ਸੀ ਕਿ ਮੇਰੇ ਪਤੀ ਤੇ ਸੱਸ ਦੇ ਰਵੱਈਏ ਵਿੱਚ ਕੋਈ ਫਰਕ ਨਹੀਂ ਪਿਆ ਸੀ, ਪਰ ਮੈਂ ਬਿਮਾਰ ਰਹਿਣ ਲੱਗੀ ਸੀ। ਹਮੇਸ਼ਾ ਇਹੀ ਸੋਚਦੀ ਰਹਿੰਦੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਮੇਰੇ ਨਾਲ 3-4 ਵਾਰ ਇਸ ਤਰ੍ਹਾਂ ਹੀ ਹੋਇਆ, ਪਰ ਮੇਰੀ ਸੱਸ ਤੇ ਰੋਹਿਤ ਦੇ ਰਵੱਈਏ ਵਿੱਚ ਜ਼ਰਾ ਵੀ ਬਦਲਾਅ ਨਹੀਂ ਆਇਆ। ਮੈਂ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿਣ ਲੱਗੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸੇ ਦੌਰਾਨ ਮੇਰੇ ਪਾਪਾ ਵੀ ਚੱਲ ਵਸੇ। ਮੇਰੀ ਮਾਂ ਵੀ ਇਕੱਲੀ ਰਹਿ ਗਈ ਸੀ। ਮੈਨੂੰ ਲੱਗਣ ਲੱਗਿਆ ਕਿ ਜਿੰਨੀ ਤੇਜ਼ੀ ਨਾਲ ਖੁਸ਼ੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ, ਓਨੀ ਤੇਜ਼ੀ ਨਾਲ ਹੀ ਵਾਪਸ ਚਲੀਆਂ ਗਈਆਂ। ਸਭ ਕੁਝ ਅਜੀਬ ਜਿਹਾ ਹੋ ਗਿਆ ਸੀ। ਇੱਕ ਦਿਨ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨੇ ਮੇਰੀ ਰੂਹ ਨੂੰ ਚੀਰ ਕੇ ਰੱਖ ਦਿੱਤਾ। ਉਸ ਦਿਨ ਮੇਰੀਆਂ ਅੱਖਾਂ ਤੋਂ ਸਾਰੀਆਂ ਪੱਟੀਆਂ ਉਤਰ ਗਈਆਂ। ਮੈਂ ਆਪਣੀ ਸੱਸ ਤੇ ਪਤੀ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ ਸੀ। ਇੱਕ ਦਿਨ ਰਾਤ ਨੂੰ ਪਾਣੀ ਪੀਣ ਲਈ ਉੱਠੀ। ਜਦੋਂ ਮੈਂ ਰਸੋਈ ਵਿੱਚੋਂ ਪਾਣੀ ਪੀ ਕੇ ਵਾਪਸ ਆ ਰਹੀ ਸੀ ਤਾਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਹਾਸੇ ਦੀ ਆਵਾਜ਼ ਸੁਣੀ। ਮੈਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਪਤੀ ਆਪਣੀ ਮਾਂ ਨੂੰ ਉਸਦੇ ਨਾਮ ਨਾਲ ਬੁਲਾ ਰਿਹਾ ਸੀ।
ਮੇਰੀ ਸੱਸ ਦਾ ਨਾਮ ਸੁਨੀਤਾ ਸੀ। ਰੋਹਿਤ ਕਹਿ ਰਿਹਾ ਸੀ, ਸੁਨੀਤਾ ਹੌਲੀ ਬੋਲ, ਸੁਮਨ ਨਾ ਉੱਠ ਜਾਵੇ। ਮੇਰੀ ਸੱਸ ਨੇ ਕਿਹਾ, ਬੇਫਿਕਰ ਰਹਿ, ਉਹ ਨਹੀਂ ਉੱਠਦੀ, ਮੈਂ ਉਸਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਲਾਇਆ ਹੈ। ਫਿਰ ਉਹ ਦੋਨੋਂ ਹੱਸਣ ਲੱਗੇ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਂ ਉਹਨਾਂ ਦੀਆਂ ਹੋਰ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਸੁਣ ਨਾ ਪਾਈ, ਇਸ ਲਈ ਕਮਰੇ ਵਿੱਚ ਆ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਹਨ। ਅਗਲੇ ਦਿਨ ਮੈਂ ਪਹਿਲਾਂ ਦੀ ਤਰ੍ਹਾਂ ਉੱਠੀ ਤਾਂ ਕਿ ਉਹਨਾਂ ਨੂੰ ਸ਼ੱਕ ਨਾ ਹੋਵੇ। ਮਿੱਕੀ, ਮੈਨੂੰ ਉਹਨਾਂ 'ਤੇ ਸ਼ੱਕ ਹੋ ਗਿਆ ਹੈ। ਅਗਲੀ ਰਾਤ ਜਦੋਂ ਸੱਸ ਮੈਨੂੰ ਦਵਾਈ ਦੇਣ ਲਈ ਆਈ ਤਾਂ ਸੱਸ ਦਾ ਧਿਆਨ ਹੋਰ ਪਾਸੇ ਕਰਕੇ ਮੈਂ ਗੋਲੀ ਛੁਪਾ ਦਿੱਤੀ ਅਤੇ ਸੱਸ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਮੈਂ ਗੋਲੀ ਖਾ ਲਈ ਹੋਵੇ। ਮੇਰੀ ਸੱਸ ਆਪਣੇ ਕਮਰੇ ਵਿੱਚ ਚਲੀ ਗਈ। ਫਿਰ ਮੇਰੇ ਪਤੀ ਵੀ ਮਾਂ ਦੀਆਂ ਲੱਤਾਂ ਦਬਾਉਣ ਦੇ ਬਹਾਨੇ ਉਸਦੇ ਕਮਰੇ ਵਿੱਚ ਚਲਿਆ ਗਿਆ। ਜਦੋਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਮੈਂ ਉੱਠ ਕੇ ਕਮਰੇ ਦੇ ਬਾਹਰ ਜਾ ਖੜੀ ਹੋਈ। ਰੋਹਿਤ ਕਹਿ ਰਿਹਾ ਸੀ, ਸੁਨੀਤਾ, ਲੱਗਦਾ ਹੈ ਕਿ ਸੁਮਨ ਵੀ ਬੱਚਾ ਪੈਦਾ ਨਹੀਂ ਕਰ ਸਕਦੀ। ਫਿਰ ਫਾਇਦਾ ਕੀ ਦੂਜਾ ਵਿਆਹ ਕਰਵਾਉਣ ਦਾ? ਹੁਣ ਉਹ ਕਦੇ ਮਾਂ ਨਹੀਂ ਬਣ ਸਕਦੀ। ਮੈਨੂੰ ਤਾਂ ਬੱਚਾ ਚਾਹੀਦਾ ਹੈ, ਉਹ ਵੀ ਹਰ ਹਾਲ ਵਿੱਚ। ਸੁਨੀਤਾ ਨੇ ਕਿਹਾ, ਕੋਈ ਗੱਲ ਨਹੀਂ, ਮੈਂ ਆਪਣੇ ਪਤੀ ਦਾ ਇੱਕ ਹੋਰ ਵਿਆਹ ਕਰਵਾ ਦੇਵਾਂਗੀ, ਉਹ ਬੱਚਾ ਪੈਦਾ ਕਰ ਦੇਵੇਗੀ। ਤਾਂ ਰੋਹਿਤ ਨੇ ਕਿਹਾ, ਇਸ ਸੁਮਨ ਦਾ ਕੀ ਕਰਨਾ ਹੈ? ਸੁਨੀਤਾ ਨੇ ਕਿਹਾ, ਇਹ ਤਾਂ ਆਪਣੇ ਆਪ ਮਰ ਜਾਵੇਗੀ। ਫਿਰ ਦੋਨੋਂ ਹੱਸਣ ਲੱਗੇ। ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿ ਜਿਸਨੂੰ ਮੈਂ ਆਪਣੀ ਸੱਸ ਸਮਝ ਰਹੀ ਸੀ, ਉਹ ਤਾਂ ਮੇਰੇ ਪਤੀ ਦੀ ਪਹਿਲੀ ਪਤਨੀ ਸੀ। ਇੰਨਾ ਵੱਡਾ ਧੋਖਾ ਹੋ ਗਿਆ ਸੀ ਮੇਰੇ ਨਾਲ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਰੋਣ ਲੱਗੀ ਕਿ ਮੈਂ ਕੀ ਗੁਨਾਹ ਕਰ ਦਿੱਤਾ ਜਿਸ ਦੀ ਮੈਨੂੰ ਇਹ ਸਜ਼ਾ ਮਿਲੀ ਹੈ। ਮੈਂ ਸੋਚਿਆ ਕਿ ਸਵੇਰੇ ਰੋਹਿਤ ਦੇ ਕੰਮ 'ਤੇ ਜਾਣ ਤੋਂ ਬਾਅਦ ਸੁਨੀਤਾ ਨੂੰ ਪੁੱਛਾਂਗੀ ਕਿ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਸਵੇਰੇ ਰੋਹਿਤ ਦੇ ਜਾਣ ਤੋਂ ਬਾਅਦ ਸੁਨੀਤਾ ਦੇ ਕਮਰੇ ਵਿੱਚ ਗਈ ਅਤੇ ਸਿੱਧਾ ਹੀ ਉਸਨੂੰ ਪੁੱਛ ਲਿਆ ਕਿ ਸੁਨੀਤਾ, ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੇਰੇ ਸਵਾਲ ਨਾਲ ਉਹ ਚੌਂਕ ਗਈ, ਪਰ ਇਹ ਵੀ ਸਮਝ ਗਈ ਕਿ ਮੈਨੂੰ ਸਭ ਪਤਾ ਚੱਲ ਗਿਆ ਹੈ। ਫਿਰ ਉਹ ਆਪਣੇ ਅਸਲੀ ਰੂਪ ਵਿੱਚ ਆ ਗਈ ਅਤੇ ਕਹਿਣ ਲੱਗੀ ਕਿ ਹੁਣ ਸਾਨੂੰ ਤੇਰੀ ਜ਼ਰੂਰਤ ਨਹੀਂ। ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਸੀ, ਇਸ ਲਈ ਅਸੀਂ ਦੋਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ। ਪਰ ਮੈਂ ਨਹੀਂ ਚਾਹੁੰਦੀ ਕਿ ਰੋਹਿਤ ਦੀ ਔਲਾਦ ਕਿਸੇ ਹੋਰ ਤੋਂ ਹੋਵੇ, ਇਸ ਲਈ ਤੇਰੇ ਬੱਚੇ ਨੂੰ ਵੀ ਮਾਰਦੀ ਰਹੀ, ਤੈਨੂੰ ਅਜਿਹੀਆਂ ਦਵਾਈਆਂ ਦਿੰਦੀ ਰਹੀ। ਬਹੁਤ ਜਲਦ ਤੂੰ ਮਰ ਜਾਵੇਂਗੀ। ਮੈਂ ਉਸਨੂੰ ਕਿਹਾ ਕਿ ਜੋ ਤੂੰ ਮੇਰੇ ਨਾਲ ਕੀਤਾ ਹੈ, ਰੱਬ ਤੈਨੂੰ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਮੈਂ ਉਹ ਘਰ ਛੱਡ ਕੇ ਆ ਗਈ ਅਤੇ ਆਪਣੀ ਮਾਂ ਨਾਲ ਰਹਿਣ ਲੱਗੀ। ਕੁਝ ਸਮੇਂ ਬਾਅਦ ਖਬਰ ਆਈ ਕਿ ਉਹਨਾਂ ਦੋਨਾਂ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਮੈਂ ਵੀ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਹੀ ਸੀ। ਮੈਂ ਤਾਂ ਸਭ ਕੁਝ ਰੱਬ 'ਤੇ ਛੱਡ ਦਿੱਤਾ ਸੀ, ਪਰ ਇਸੇ ਦੌਰਾਨ ਮੇਰਾ ਇੱਕੋ ਇੱਕ ਸਹਾਰਾ, ਮੇਰੀ ਮਾਂ, ਵੀ ਰੱਬ ਨੂੰ ਪਿਆਰੀ ਹੋ ਗਈ। ਮੈਂ ਇੱਕ ਹਸਪਤਾਲ ਵਿੱਚ ਸਫਾਈ ਦਾ ਕੰਮ ਕਰਨ ਲੱਗੀ, ਜਿਸ ਨਾਲ ਆਪਣਾ ਪੇਟ ਪਾਲ ਰਹੀ ਸੀ। ਇਸੇ ਹਸਪਤਾਲ ਵਿੱਚ ਇੱਕ ਮੁੰਡਾ ਮਾਲੀ ਦਾ ਕੰਮ ਕਰਦਾ ਸੀ। ਉਸ ਦਾ ਵੀ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਉਸ ਦੀ ਪਤਨੀ ਮਰ ਚੁੱਕੀ ਸੀ, ਕੋਈ ਔਲਾਦ ਵੀ ਨਹੀਂ ਸੀ। ਉਹ ਮੈਨੂੰ ਹਰ ਸਮੇਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਉਸ ਦਾ ਨਾਮ ਅਮਰ ਸੀ। ਉਸ ਨਾਲ ਵਕਤ ਗੁਜ਼ਾਰ ਕੇ ਲੱਗਦਾ ਕਿ ਜ਼ਿੰਦਗੀ ਫਿਰ ਹਸੀਨ ਹੋ ਗਈ ਹੈ। ਇੱਕ ਦਿਨ ਅਮਰ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਂ ਵੀ ਉਸਨੂੰ ਪਸੰਦ ਕਰਨ ਲੱਗੀ ਸੀ। ਫਿਰ ਅਸੀਂ ਵਿਆਹ ਕਰਵਾ ਲਿਆ। ਉਹ ਬਹੁਤ ਚੰਗਾ ਸੀ, ਮੇਰਾ ਬਹੁਤ ਧਿਆਨ ਰੱਖਦਾ ਸੀ। ਉਸਨੇ ਮੇਰਾ ਇਲਾਜ ਵੀ ਕਰਵਾਇਆ ਅਤੇ ਮੈਂ ਫਿਰ ਤੋਂ ਉਮੀਦ ਨਾਲ ਹੋਈ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਬਹੁਤ ਅਮੀਰ ਤਾਂ ਨਹੀਂ ਸੀ, ਪਰ ਜ਼ਿੰਦਗੀ ਵਿੱਚ ਸਕੂਨ ਅਤੇ ਹਰ ਖੁਸ਼ੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।